Hello students, welcome to my YouTube channel The Quest Maths for All by Toor Sir. This is Dr. RPS Toor और इस चैनल ਦੇ ਉੱਪਰ ਆਪਾਂ ਐਕਸਕਲੂਸਿਵਲੀ 11th 12th ਇੰਜੀਨੀਅਰਿੰਗ ਗ੍ਰੈਜੂਏਸ਼ਨ ਦਾ ਮੈਥਮੈਟਿਕਸ ਜੋ ਹੈ ਉਹ ਆਪਾਂ ਉਹਦੇ ਟੌਪਿਕਸ ਕਰਦੇ ਹਾਂ. ਸੋ ਲੈਟਸ ਸਟਾਰਟ ਵਿਦ ਆਵਰ ਨੈਕਸਟ ਟੌਪਿਕ. So students, today we are going to start with chapter 3rd of our plus 1 class trigonometric functions of our I'm referring the book NCERT, okay, as you all know. तो चैप्टर 3rd ਜਿਹੜਾ ਹੈਗਾ ट्रिग्नोमेट्रिक फंक्शंस बहुत ही ज़्यादा इंपॉर्टेंट चैप्टर है, ठीक है, ਤੁਹਾਡੀ ਇਸ ਕਲਾਸ ਦੇ ਲਈ ਵੀ ਔਰ as well as concerned for your 12th class. 12th class ਦੇ ਵਿੱਚ ਇੱਕ ਚੈਪਟਰ ਹੈਗਾ ਇਨਵਰਸ ट्रिग्नोमेट्रिक फंक्शंस. ट्रिग्नोमेट्रिक फंक्शंस ਦੇ ਸਾਰੇ ਜੋ ਫਾਰਮੂਲੇ ਨੇ, ਕਿਸ ਤਰ੍ਹਾਂ ਆਪਾਂ ਐਂਗਲ ਮੈਜ਼ਰ ਕਰਦੇ ਹਾਂ, ਐਂਗਲ ਹੁੰਦਾ ਕੀ ਹੈ, ਐਂਗਲ ਦੇ ਮੈਜ਼ਰ ਕਰਨ ਦੀ ਕਿੰਨੇ ਸਟੈਂਡਰਡਸ ਨੇ, ਉਦੋਂ ਬਾਅਦ ਉਹਦੇ ਫਾਰਮੂਲੇ sin a plus b sin 2 theta cos 2 theta, ਇਹ ਸਾਰੇ ਫਾਰਮੂਲੇ ਜਿਹੜੇ ਨੇ ਇਹਨਾਂ ਦੀ ਡੋਮੇਨ ਐਂਡ ਰੇਂਜਸ ਜਿਹੜੀ ਹੈਗੀ ਹੈ ਇਹ ਸਾਰੀ ਐਜ਼ ਇਟ ਇਜ਼ ਪਲੱਸ 2 ਕਲਾਸ ਦੇ ਵਿੱਚ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੇ ਵਿੱਚ ਯੂਜ਼ ਹੁੰਦੀਆਂ ਨੇ. ਤਾਂ ਜਿਹੜੇ ਬੱਚੇ ਨੇ 11th ਕਲਾਸ ਦੇ ਵਿੱਚ ਆਪਣਾ ਚੈਪਟਰ ਅੱਛੀ ਤਰ੍ਹਾਂ ਕੀਤਾ ਹੋਇਆ ਹੈ ਉਹਨੂੰ 12th ਕਲਾਸ ਦਾ ਉਹ ਚੈਪਟਰ ਬੜੀ ਹੀ ਆਸਾਨੀ ਨਾਲ ਆ ਜਾਂਦਾ ਹੈ. मैं ਤੁਹਾਨੂੰ ਹੁਣ ਪਹਿਲੇ ਕਿਉਂ ਕਹਿ ਰਿਹਾ ਇਹ ਗੱਲ, ਕਿਉਂਕਿ ਸਟਾਰਟਿੰਗ ਹੈ, ਸਟਾਰਟ ਕਰ ਰਹੇ ਹਾਂ. ਪਲੱਸ 1 ਦੇ ਬੱਚੇ 10th ਤੋਂ ਕਈ ਵਾਰ ਨਵੇਂ ਆਏ ਹੁੰਦੇ ਨੇ ਤਾਂ ਉਹ ਕਈ ਸੋਚਦੇ ਨੇ ਕਿ ਵੀ ਯਾਰ ਆਹ ਚੈਪਟਰ ਕਰ ਲਓ, ਆਹ ਨਾ ਕਰੋ, ਆਹ ਕਰ ਲਓ, ਆਹ ਨਾ ਕਰੋ, ਪਾਸ ਹੋਣਾ ਹੈ. ਕਿਉਂਕਿ ਪਲੱਸ 1 ਇਜ਼ ਨਾਟ ਅ ਬੋਰਡ ਕਲਾਸ. ਤਾਂ ਸੋਚਦੇ ਚਲੋ ਠੀਕ ਹੈ ਯਾਰ ਘਰ ਦੀ ਕਲਾਸ ਹੈ ਚੱਲ ਜਾਏਗਾ, ਲੇਕਿਨ ਇਹ ਚੱਲ ਜਾਏਗਾ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਕੀ ਚੱਲਿਆ ਕੀ ਨਹੀਂ ਚੱਲਿਆ. ਜਦੋਂ ਆਪਾਂ ਕੁਝ ਟੌਪਿਕਸ ਮਿਸ ਕਰ ਦਿੰਦੇ ਹਾਂ, ਨੋ ਡਾਊਟ ਤੁਹਾਡੇ ਟੀਚਰ ਜੋ ਤੁਹਾਨੂੰ ਪੜ੍ਹਾ ਰਹੇ ਨੇ ਹੋ ਸਕਦਾ ਹੈ ਕਿ ਤੁਹਾਨੂੰ ਪਾਸ ਵੀ ਕਰ ਦੇਣ, ਅੱਛੇ ਮਾਰਕਸ ਵੀ ਤੁਹਾਡੇ ਆ ਜਾਣ, ਲੇਕਿਨ ਜਿਹੜੇ ਟੌਪਿਕ ਤੁਸੀਂ ਛੱਡ ਦੋਗੇ ਜਿਹੜੇ ਇੰਪੋਰਟੈਂਟ ਨੇ, ਔਰ ਇਹ ਮੈਂ ਸਿਰਫ ਇਹ ਨਹੀਂ ਕਹਿ ਰਿਹਾ ਕਿ ਪਲੱਸ 2 ਤੱਕ ਹੀ ਇਹ ਇੰਪੋਰਟੈਂਟ ਹੈ. ਇਨ ਐਵਰੀ ਕੰਪੀਟੀਸ਼ਨ ਐਗਜ਼ਾਮਸ, ਚਾਹੇ ਤੁਸੀਂ ਅੱਗੇ ਜੋ ਵੀ ਐਗਜ਼ਾਮ ਦੇ ਰਹੇ ਹੋ ਪਲੱਸ 2 ਤੋਂ ਬਾਅਦ, ਇਫ ਯੂ ਆਰ ਟੇਕਿੰਗ ਇਨਟੂ ਕੰਸੀਡਰੇਸ਼ਨ ਮੈਥਮੈਟਿਕਸ ਸਬਜੈਕਟ, ਤਾਂ ਇਹ ਤੁਹਾਨੂੰ ਅੱਗੇ ਆਏਂਗੇ ਟ੍ਰਿਗਨੋਮੈਟ੍ਰਿਕ ਦੇ ਜਿਹੜੇ ਵੀ, ਚਾਹੇ ਇਨਵਰਸ ਟ੍ਰਿਗਨੋਮੈਟ੍ਰਿਕ ਹੈ ਚਾਹੇ ਟ੍ਰਿਗਨੋਮੈਟ੍ਰਿਕ ਫੰਕਸ਼ਨਸ, ਰਾਈਟ. ਤਾਂ ਮੈਂ ਤੁਹਾਨੂੰ ਇਹ ਗੱਲ ਕਿਉਂ ਕਹਿ ਰਿਹਾ ਚੈਪਟਰ ਦੀ ਸ਼ੁਰੂਆਤ ਵਿੱਚ, ਤਾਂ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹੋ. ਇਹਨੂੰ ਅਗਰ ਤੁਹਾਨੂੰ ਸਮਝ ਆ ਗਿਆ ਤਾਂ ਫਿਰ ਡੈਫੀਨੇਟਲੀ ਤੁਸੀਂ ਇਹਨੂੰ ਸਕਿਪ ਕਰੋਗੇ ਨਹੀਂ. ਲੱਗਣ ਨੂੰ ਇਹ ਔਖਾ ਲੱਗ ਸਕਦਾ ਹੈ ਉਹਨਾਂ ਦੇ ਲਈ ਜਿਹੜੇ ਫਾਰਮੂਲੇ ਨਹੀਂ ਯਾਦ ਕਰਨ, ਜਿਹੜੇ ਇਹਨੂੰ ਚੰਗੀ ਤਰ੍ਹਾਂ ਨਹੀਂ ਸਮਝਣਗੇ, ਰੱਟਣ ਦੀ ਕੋਸ਼ਿਸ਼ ਕਰਨਗੇ, ਲੇਕਿਨ ਜਿਨ੍ਹਾਂ ਨੂੰ ਇਹ ਕਨਸੈਪਟ ਸਮਝ ਆ ਜਾਏਗਾ, ਜਿਹੜੇ ਇਹਨੂੰ ਚੰਗੀ ਤਰ੍ਹਾਂ ਕਰ ਲੈਣਗੇ, ਜਿਨ੍ਹਾਂ ਨੂੰ ਟੌਪਿਕ ਸਮਝ ਆ ਜਾਏਗਾ, ਫਾਰਮੂਲੇ ਯਾਦ ਹੋ ਜਾਣਗੇ. ट्रिग्नोमेट्री इज बेस्ड ऑन जस्ट फार्मूले टू फार्मूले ऐड करते जाओ, फॉर्मूले टू फॉर्मूले कंबाइन करते जाओ, स्टेप बाय स्टेप you will get the complete question. Okay, so let's start with the first topic, that is angle. Angle ਤੁਸੀਂ ਵੈਸੇ ਛੋਟੀ ਕਲਾਸਿਸ ਵਿੱਚ ਵੀ 10th ਤੋਂ ਬਿਫੋਰ ਕਲਾਸਿਸ ਵਿੱਚ ਵੀ ਐਂਗਲ ਦਾ ਨਾਮ ਆ ਜਾਂਦਾ ਹੈ, ਕੋਣ ਜਿਹਨੂੰ ਆਪਾਂ ਕਹਿੰਦੇ ਆ, ਲੇਕਿਨ ਹੁਣ ਥੋੜਾ ਜਿਹਾ ਇਹਨੂੰ ਡਿਟੇਲ ਚ ਕਰਦੇ ਆ ਵੀ ਐਂਗਲ ਬਣਦਾ ਕਿਵੇਂ ਹੈ, ਹੁੰਦਾ ਕੀ ਹੈ. ਓਕੇ, ਸੋ ਐਂਗਲ ਇਜ਼ a complete rotation. It's a revolution from इनिशियल साइड टू टर्मिनल साइड. और देखा जाए तो ये दो अलग अलग लाइना नहीं है, ठीक है. आ इनिशियल लाइन है, ओरिजिनल रे है, जैसे ये मान लो आ ओरिजिनल रे है और एस पॉइंट के अबाउट ये रोटेट कर रही है. तो जिथे भी ये रोटेट हुई, ठीक है, जिन्नी भी रोटेट हुई और इत्थों लैके इत्थों तक जिन्नी आ रोटेशन आपां नूं दिसी, आ चीज़ जिहड़ी हैगी है, दिस इज कॉल्ड आवर एंगल. एंगल कितों तक बनया, इनिशियल साइड या जो ओरिजिनल रे सी उन्हें कितना है कह सकते कि उन्हें कितना पाथ ट्रैवर्स किया, ठीक है. इस पाथ नू इत्थों लैके इत्थों तक पोजीशन फ्रॉम OA पोजीशन इत्थे सी ओरिजिनल ते B तक गई हो. आ जड़ा उन्हें पाथ, आ जड़ा उन्हें पोजीशन कवर अप की है OA टू OB, दिस इज कॉल्ड आवर एंगल, ठीक है. ਇਹਨੂੰ ਆਪਾਂ ਐਂਗਲ ਕਰਦੇ ਹਾਂ ਤਾਂ ਐਂਗਲ ਕਹਿੰਦੇ ਆ. ਇਹ ਇਨੀਸ਼ੀਅਲ ਸਾਈਡ ਤੇ ਟਰਮੀਨਲ ਸਾਈਡ ਦੋ ਅਲੱਗ-ਅਲੱਗ ਸਾਈਡਾਂ ਨਹੀਂ ਹੈ, ਬਟ ਦਿਸ ਇਜ਼ ਦ ਟੂ ਡਿਫਰੈਂਟ ਪੋਜੀਸ਼ਨਸ ਆਫ ਦ ਸੇਮ ਰੇ ਆਫ ਦ ਸੇਮ ਲਾਈਨ, ਠੀਕ ਹੈ. ਇਹਨੂੰ ਰੇ ਕਿਉਂ ਕਹਿੰਦੇ ਆ, ਬਿਕੋਜ਼ ਇਟਸ ਅ ਇਨਫਾਈਨਾਈਟ ਲਾਈਨ, ਜਿੰਨੀ ਮਰਜ਼ੀ ਇਹ ਅੱਗੇ ਜਾ ਸਕਦੀ ਹੈ. ਆਈ ਐਮ ਟੇਕਿੰਗ ਅ ਸਮਾਲ ਪਾਰਟ ਆਫ ਦੈਟ ਰੇ. ਤਾਂ ਇਹ ਰੇ ਨੇ OA ਤੋਂ OB ਪੋਜੀਸ਼ਨ ਤੱਕ ਕਿੰਨਾ ਰਾਸਤਾ, ਕਿੰਨਾ ਰੋਟੇਸ਼ਨ ਕੀਤਾ, ਕਿੰਨਾ ਰੈਵੋਲੂਸ਼ਨ ਕੀਤਾ, that is called the angle, right.
ਹੁਣ ਅਗਰ ਦੇਖੋ ओरिजिनल रे ਨੂੰ ਆਪਾਂ ਕਹਾਂਗੇ ਇਨੀਸ਼ੀਅਲ ਸਾਈਡ ਔਰ ਜਿੱਥੇ ਜਾ ਕੇ ਉਹਨੇ ਜਾ ਕੇ ਰੁਕ ਗਈ ਜਿੰਨਾ ਉਹਨੇ ਰਾਸਤਾ ਕਵਰ ਅਪ ਕੀਤਾ ਰੈਵੋਲੂਸ਼ਨ ਕੀਤਾ ਉਹਨੂੰ ਆਪਾਂ ਟਰਮੀਨਲ ਸਾਈਡ ਕਹਿ ਦਿੰਦੇ ਆ ਜਾਂ ਫਾਈਨਲ ਪੋਜੀਸ਼ਨ ਕਹਿ ਦਿੰਦੇ ਆ ਔਰ ਜਿਹੜੇ ਪੁਆਇੰਟ ਦੇ ਅਬਾਊਟ ਉਹਨੇ ਰੋਟੇਟ ਕੀਤਾ that is called the vertex original point ठीक है that is called origin or called vertex right और अगर ਆਪਾਂ revolution ਜਿਹੜਾ ਹੈਗਾ ਉਹ ਐਂਟੀ ਕਲੌਕਵਾਈਜ਼ ਲੈਣੇ ਆ ਐਂਟੀ ਕਲੌਕਵਾਈਜ਼ ਦਾ ਮਤਲਬ ਕੀ ਹੁੰਦਾ ਹੈ ਜਿਹੜੇ ਪਾਸੇ ਘੜੀ ਘੁੰਮ ਰਹੀ ਹੈ ਉਹਦੀ ਆਪੋਜ਼ਿਟ ਸਾਈਡ ਵਿੱਚ ਅਗਰ ਆਪਾਂ revolution ਲੈ ਰਹੇ ਹਾਂ then that revolution or that angle is called a positive angle right ਹੁਣ ਇੱਧਰ ਦੇਖੋ ਉਹੀ ਲਾਈਨ ਹੈ ਉਹੀ ਇੱਕ ਰੇ ਹੈ ਹੁਣ ਇਹ क्लॉकवाइज घूम रही है जिस पासे घड़ी घूम रही है उस पासे घूम रही है ठीक है तो देखो आ इनिशियल लाइन उत्थे भी उत्थे आ चीज घूम रही है राइट तो अगर वो क्लॉकवाइज घूम रही है तो जिन्ना एंगल वो मेजर कर रही है जिन्ना वो रेवोल्यूशन उन्हें लिया फ्रॉम इनिशियल साइड टू टर्मिनल साइड दैट एंगल इज कॉल्ड अ नेगेटिव एंगल रेस्ट ऑफ ऑल इज द सेम दिस इज कॉल्ड द ओरिजिन वर्टेक्स ठीक है जिदे अबाउट ए रोटेशन हो रहा है तो एंगल की फिर डेफिनेशन बन गई की थ्योरेटिकल अगर आप डेफिनेशन देखिए तो की बनेगी सो एंगल की डेफिनेशन की बनती है एंगल इज अ मेजर मेजर मतलब माप मेजर ऑफ रोटेशन ऑफ अ गिवन रे ओके about an initial point this initial point is called vertex ਕੀ ਕਹਿ ਰਿਹਾ ਹੈ ਇਸ ਡੈਫੀਨੇਸ਼ਨ ਦੇ ਵਿੱਚ ਕਿ ਐਂਗਲ ਜੋ ਹੈ ਇੱਕ ਮੈਜ਼ਰ ਹੈ ਰੋਟੇਸ਼ਨ ਦਾ ਜਾਂ ਰੈਵੋਲੂਸ਼ਨ ਦਾ ਕਿੰਨਾ ਉਹਨੇ ਰੈਵੋਲੂਸ਼ਨ ਕੀਤਾ ਚੱਕਰ ਕੱਢਿਆ ਐ ਕਹਿ ਸਕਦੇ ਆਪਾਂ ਰੋਟੇਟ ਕੀਤਾ ਰਾਈਟ ਇੱਕ ਗਿਵਨ ਰੇ this is the given initial ray about an initial point as point ਦੇ about ਦੇਖੋ ਨਾ ਆ ਆਪਣੇ ਕੋਲ initial point ਹੈ as point ਦੇ about ਆ initial line as line ਤੱਕ ਪਹੁੰਚੀ ਆ different line ਨਹੀਂ ਹੈ ਬਲਕਿ initial line ਦੀ ਹੀ ਇੱਕ position ਹੈ this is our theoretical definition ਜੋ ਮੈਂ ਤੁਹਾਨੂੰ ਇਸ ਫਿਗਰ ਦੇ ਵਿੱਚ ਸਮਝਾਈ ਰਾਈਟ ਵੀ ਕਿੰਨਾ ਰੈਵੋਲੂਸ਼ਨ ਲਿਆ ਉਹਨੇ ਕਿੰਨਾ ਰੋਟੇਸ਼ਨ ਲਿਆ ਐਸ ਲਾਈਨ ਨੇ ਐਸ ਵਰਟੈਕਸ ਦੇ ਅਬਾਊਟ ਉਸ ਪੋਜੀਸ਼ਨ ਤੱਕ ਆਉਣ ਵਾਸਤੇ ਜਿਹੜੀ ਵੀ ਇਹਦੀ ਟਰਮੀਨਲ ਪੋਜੀਸ਼ਨ ਹੈ ਠੀਕ ਹੈ ਹੁਣ ਆਪਾਂ ਦੇਖਾਂਗੇ ਆ ਜਿਹੜੇ ਐਂਗਲਸ ਨੇ ਤੁਹਾਨੂੰ ਪਤਾ ਹੀ ਹੈ ਕਿ ਡਿਫਰੈਂਟ ਐਂਗਲਸ ਹੁੰਦੇ ਨੇ 0 ਡਿਗਰੀ ਇਜ਼ ਔਨ ਦਿਸ ਪੁਆਇੰਟ ਔਨ ਦਿਸ ਲਾਈਨ ਫਿਰ 30 ਡਿਗਰੀ 45 ਡਿਗਰੀ ਤਾਂ ਜਿੰਨਾ ਰੈਵੋਲੂਸ਼ਨ ਉਹ ਲੈਂਦੀ ਰਹੇਗੀ ਦੇਖੋ ਅਗਰ अब बिल्कुल स्ट्रेट आ जाएगी तो 90 डिग्री का रेवोल्यूशन आ जाएगा है ना आही लाइन ले रही है जो भी ले रही है इक्को ही लाइन है और इक्को ही पॉइंट के अबाउट घूम रही है जेड़ा पॉइंट के अबाउट घूम रही है उन्हें आप वर्टेक्स कहते हैं और जी लाइन घूम रही है उन्हें इनिशियल लाइन कहते हैं अगर एंटी क्लॉकवाइज घूम रही है तो पॉजिटिव एंगल है अगर क्लॉकवाइज घूम रही है तो उन्होंने आप नैगेटिव एंगल कह देंगे हैं सो दिस इज द डेफिनेशन ऑफ एंगल ठीक है हुण आप चलते हैं ਵੀ ਐਂਗਲ ਨੂੰ ਆਪਾਂ ਕਿੰਨੇ ਤਰੀਕੇ ਦੇ ਨਾਲ ਮੈਜ਼ਰ ਕਰ ਸਕਦੇ ਹਾਂ ਕਿੰਨੇ ਸਟੈਂਡਰਡ ਵੇਜ਼ ਨੇ ਆਪਣੇ ਕੋਲ ਟੂ ਮੈਜ਼ਰ ਐਨ ਐਂਗਲ we have two types of mainly two standard there are two standards to measure an angle right first is degree measure degree measure ਦੇ ਵਿੱਚ ਆਪਾਂ ਉਹਨੂੰ ਸ਼ੋ ਕਿਵੇਂ ਕਰਦੇ ਹਾਂ ਕਿਸੇ ਵੀ ਐਂਗਲ ਦੇ ਉੱਪਰ ਆਪਾਂ ਛੋਟਾ ਜਿਹਾ ਸਰਕਲ ਪਾ ਦਿੰਦੇ ਹਾਂ that is our degree ਤਾਂ ਅਗਰ ਕਿਸੇ इनिशियल लाइन ने जो ओरिजिनल अपने को लाइन सी अगर उन्हें इनिशियल पॉइंट दे अबाउट पूरा चक्कर कट्टिया है पूरा चक्कर एवें जिथों स्टार्ट हुई सी जेडी पोजीशन थे ओही पोजीशन ते रोटेट करके फिर दोबारा उत्थे आ गई समझ रहे हो ना ता ओनू आपां फिर की कहांगे दैट इज वन कंप्लीट रेवोल्यूशन कह लो या वन कंप्लीट रोटेशन कह लो right and that angle is equal to 360 degree this is our degree समझ आ रही होगी एक कंप्लीट रेवोल्यूशन कंप्लीट रोटेशन ठीक तो 1 डिग्री कितने बराबर होएगी फिर 1 डिग्री दिस इज इक्वल टू 1 over 360th of one complete revolution एक कंप्लीट रेवोल्यूशन जो है 360 डिग्री के बराबर है तो 1 डिग्री कितने बराबर होएगी
360 डिग्री दे एक छोटा हिस्सा ले लो, 360वां 1/360th टुकड़ा जो है 1/360th रेवोल्यूशन, टोटल रेवोल्यूशन 360 है ना, तो 360th हिस्सा ले लिया, दैट इज कॉल्ड 1 डिग्री। आल्सो इन मिनट्स एंड सेकंड्स विच 1 डिग्री जिहड़ी हैगी आ वो 60 मिनट्स के बराबर है और 1 मिनट जिहड़ा हैगा वो 60 सेकंड्स के बराबर है। इन्हां दोनों नूं जे आपां कंबाइन करिए तो 1 डिग्री जिहड़ी हैगी है वो 60 × 60 यानी कि 3600 सेकंड्स के बराबर होएगी। आ जिहड़े दो ऊपर मैं डैश पाए ने, दिस डिनोट्स द सेकंड्स। एक डैश मिनट डिनोट करता है और दो डैश जिहड़े ने वो सेकंड्स डिनोट करते हैं। ये सब गल्लां जो मैं दस रहा, ये फार्मूले भी ने, एक कॉन्सैप्ट भी है जो आप फर्स्ट एक्सरसाइज करांगे ਉਹਦੇ ਵਿੱਚ यूज भी होना है कि किवें ਆਪਾਂ 1 डिग्री ਨੂੰ ਜਿਵੇਂ ਹੁਣ ਅੱਗੇ ਮੈਂ ਤੁਹਾਨੂੰ ਦੱਸਾਂਗਾ ਕਿ ਦੂਸਰਾ ਮੈਜ਼ਰਮੈਂਟ ਦਾ ਤਰੀਕਾ ਕੀ ਹੈ, ਦੂਸਰਾ ਸਟੈਂਡਰਡ ਕੀ ਹੈ, ਤਾਂ ਉਸ ਸਟੈਂਡਰਡ ਵਿੱਚ ਵੀ ਚੇਂਜ ਕਰਨ ਦੇ ਕੁਐਸਚਨ ਤੁਹਾਡੇ ਕੋਲ ਆਣਗੇ, ਰਾਈਟ। ਤਾਂ ਇੱਕ ਰੈਵੋਲੂਸ਼ਨ 360 डिग्री ਦੇ ਬਰਾਬਰ ਹੈ, 1 डिग्री ਜਿਹੜਾ ਹੈ ਉਹ 1/360 ਦੇ ਰੈਵੋਲੂਸ਼ਨ ਦੇ ਬਰਾਬਰ, 1 डिग्री 60 ਮਿੰਟਸ, 1 ਮਿੰਟ 60 ਸੈਕਿੰਡਸ ਦੇ ਬਰਾਬਰ, ਔਰ 1 डिग्री ਜਿਹੜਾ ਹੈਗਾ ਉਹ 3600 ਸੈਕਿੰਡਸ ਦੇ ਬਰਾबर ਆਏਗੀ, राइट। ਹੁਣ ਕੁਝ ਐਂਗਲਸ ਮੈਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਬਣਦੇ ਨੇ। ਦੇਖੋ ਤੁਹਾਨੂੰ ਮੈਂ ਦੱਸਿਆ ਸੀਗਾ ਹੁਣੇ ਕਿ ਅਗਰ ਆ ਇਨੀਸ਼ੀਅਲ ਲਾਈਨ, ਠੀਕ ਹੈ, ਇਨੀਸ਼ੀਅਲ ਸਾਈਡ ਜਾਂ ਇਨੀਸ਼ੀਅਲ ਰੇ ਇੱਕ ਪੂਰਾ ਚੱਕਰ ਕੱਟਦੀ ਹੈ ਐਸ ਪੁਆਇੰਟ ਦੇ ਅਬਾਊਟ, ਦੇਖੋ ਪੁਆਇੰਟ ਉੱਥੇ ਹੀ ਹੈ, then this complete revolution is called 360 डिग्री। अगर हाफ कटती है तो 360 का हाफ 180, अगर 1/3 हो गया ना हाफ और फिर 2/3, राइट, तो कितना हो गया 270 डिग्री। और ये सी एंटी क्लॉकवाइज चल रही है ना, सारे एंटी क्लॉकवाइज मेजर कर रहे हैं। अगर उन्हें एज इनिशियल लाइन ने क्लॉकवाइज कोई एंगल मेजर किया, दैट इज कॉल्ड अ नेगेटिव एंगल। सो ਆਪਾਂ ਹੁਣ ਕੀ ਦੇਖਿਆ ਕਿ ਐਂਗਲਸ ਕੀ ਹੁੰਦੇ ਨੇ, ਬਣਦੇ ਕਿਵੇਂ ਨੇ, ਓਕੇ, ਔਰ ਉਹਨਾਂ ਦੀ ਕੀ ਕੀ ਟਾਈਪ ਹੈ। ਇਸ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਮੈਜ਼ਰ ਕਰ ਸਕਦੇ ਹਾਂ, ਮਾਪ ਸਕਦੇ ਹਾਂ। ਇੱਕ ਤੁਹਾਨੂੰ ਤਰੀਕਾ ਮੈਂ ਦੱਸਿਆ ਡਿਗਰੀ ਮੈਜ਼ਰ। ਸੋ ਨੈਕਸਟ ਵੀ ਆਰ going to start with radian measure, okay। Second method to measure an angle is called radian measure। radian measure क्या होता है? Angle subtended at the center by an arc of length 1 unit in a unit circle। unit circle का मतलब है एक ऐसा सर्कल ड्रा करो जिसकी रेडियस 1 यूनिट होवे। यूनिट का मतलब कुछ भी, तुसी जो सेंटीमीटर च लै रहे हो, चाहे आप एक बड़ा सर्कल बनाना है 1 मीटर का या 1 सेंटीमीटर का बनाना है या 1 किलोमीटर का बनाना है, तो यूनिट मतलब जो मर्जी, ठीक है। तो की है सेंटर के ऊपर एक सर्कल, यूनिट सर्कल होना चाहिए जिसकी रेडियस 1 यूनिट होवे और लेंथ ऑफ द आर्क, वो सर्कल विचों एक आप आर्क कट्टी है, उसकी लेंथ भी कितनी है जितनी रेडियस है, राइट। तो रेडियस भी 1 यूनिट है, लेंथ ऑफ द आर्क इज 1 यूनिट है, और ये लेंथ सेंटर से जिन्ना एंगल बना दी है दैट एंगल इज कॉल्ड 1 रेडियन, ठीक है। उन्हें पर रेडियन मेजर करते हैं ऑफ दैट एंगल। सो इन द एंटी क्लॉकवाइज दिस एंगल विल बी पॉजिटिव एंड इन द क्लॉकवाइज डायरेक्शन दिस एंगल विल बी -2 रेडियन, ओके। तो ये डेफिनेशन बनती है। दूसरे जो आप मेजरमेंट का स्टैंडर्ड ले रहे हैं कि 1 रेडियन ਨੂੰ ਆਪਾਂ ਕਿਵੇਂ ਮੈਜ਼ਰ ਕਰ ਸਕਦੇ ਹਾਂ, ਇਹ ਰੇਡੀਅਨ ਮੈਜ਼ਰ ਹੁੰਦਾ ਕੀ ਹੈ। ਤਾਂ ਅਗਰ ਕੋਈ ਇਨੀਸ਼ੀਅਲ ਲਾਈਨ, ਜਿਵੇਂ ਆ ਇਨੀਸ਼ੀਅਲ ਲਾਈਨ ਹੈ, ਇਹ ਸੈਂਟਰ ਦੇ ਆ ਸੈਂਟਰ ਨੂੰ ਆਪਾਂ ਹੁਣ ਕੀ ਕਹਾਂਗੇ, ओरिजिन यानी कि वर्टेक्स, राइट। जो अपना सर्कल ਦਾ ਸੈਂਟਰ ਹੈ ਉਹਨੂੰ ਆਪਾਂ ਹੁਣ वर्टेक्स ਕਹਾਂਗੇ ਕਿਉਂਕਿ ਉਹਦੇ ਅਬਾਊਟ ਐਂਗਲ ਬਣ ਰਿਹਾ ਹੈ, ਉਹਦੇ ਅਬਾਊਟ ਆ ਇਨੀਸ਼ੀਅਲ ਲਾਈਨ रोटेट कर रही है, रेवोल्यूशन कर रही है। तो अगर आ एक लाइन आ पूरा रेवोल्यूशन कर देती है, जिथों चली सी उत्थे ही वापस आ गई, तो कंप्लीट रेवोल्यूशन और रोटेशन इन रेडियन मेजर इज गिवन बाय 2 पाई रेडियंस, ठीक है। कई बुक्स दे विच इन्ना वर्ड लिखने की बजाय वो एवें लिख देंगे ने 2 पाई ऊपर सी पा दें छोटा जा, सी मीनस रेडियन, रेडियन मेजर, ठीक है। जिवें तुहानूं मैं डिग्री मेजर दस्सिया सी ना, एक कंप्लीट रेवोल्यूशन किहदे बराबर है 360 डिग्रीज। तो डिग्री आप छोटे जे सर्कल नाल पा देने, इत्थे तुसीं छोटा जा सी पा दो चाहे, दैट इज योर, अगर तुहानूं मान लो क्वेश्चंस में सी लिखा आएगा ना, दैट मीनस रेडियन मेजर है ऑफ दैट एंगल, राइट। तो इहदा हो गया भाई रेडियन मेजर दे विच आपां एंगल नूं किवें मेजर करदे आ, एंगल हुंदा की है, ठीक। एक यूनिट आर्क द्वारा यूनिट सर्कल दे विच उहदे सेंटर दे उपर जिन्ना एंगल बनदा है
दैट इज कॉल्ड रेडियन मेजर राइट। हुण आ जाओ 1 कंप्लीट रेवोल्यूशन तुहानूं मैं दसता 2 पाई रेडियन के बराबर है। अगर जनरल गल करिए तो कोई भी सर्कल जिहदी की रेडियस आर है और लेंथ ऑफ आर्क जी है वो एल है। एल मीनस कुछ भी 2 सेंटीमीटर 10 सेंटीमीटर, रेडियस कैन बी 4 सेंटीमीटर, कुछ भी। एंगल जो आर्क सेंटर से बना रही है यानी कि ओरिजिन जिदे अबाउट एंगल बनेगा राइट इनिशियल पॉइंट। और सर्कल के केस में दिस इज द सेंटर ऑफ द सर्कल। एल जिन्ना एंगल सेंटर से बना रही है द एंगल सबटेंडेड बाय द लेंथ आर्क एट द सेंटर ऑफ द सर्कल आ तिना दे विच जिहड़ा रिलेशन होएगा दैट इज गिवन बाय थीटा इज इक्वल टू एल बाय आर। थीटा आप किवें कटांगे, मान लो तुहानू क्वेश्चन एवें आ रहा है जिसमें तुहानू लेंथ ऑफ आर्क दी हुई है, रेडियस दी हुई है एंड इज आस्किंग यू टू फाइंड आउट द एंगल सबटेंडेड एट द सेंटर, देन यू विल डिवाइड दिस टू लेंथ ऑफ आर्क बाय रेडियस। 3 अननोन्स ने, तिना में जो 2 की वैल्यू दी होगी तीसरा आ जाए। सो वो थीटा दिता है एल, आर दिता है एल आ जाएगा, एल और थीटा दिता है तो आर आ जाएगा राइट। तो ये जनरल फार्मूला है कि लेंथ ऑफ आर्क एल, रेडियस इज आर एंड थीटा इज द एंगल सबटेंडेड एट द सेंटर ऑफ द सर्कल, देन दिस रिलेशन इज गिवन बाय थीटा इज इक्वल टू एल बाय आर। ओके, नाउ वी सी कि ਤੁਹਾਨੂੰ जो मैं 2 मेजरमेंट स्टैंडर्ड दसे है एंगल ਨੂੰ मेजर ਕਰਨ ਦੇ ਲਈ, ਉਹਨਾਂ ਦੇ ਵਿੱਚ ਆਪਸ ਵਿੱਚ ਕੀ ਰਿਲੇਸ਼ਨ ਹੈ, बट दे हैव द रिलेशन बिटवीन these two, the degree measure and the radian measure. Okay, so what is the relation between these two standards of measuring the angles, degree and radians? देखो तो मैं ਹੁਣ ਕੀ ਦੱਸਿਆ ਸੀਗਾ ਕਿ कंप्लीट रेवोल्यूशन ਕੱਟਣ ਲਈ डिग्रीज कितने बराबर होती हैं 360 डिग्री के बराबर। एक कंप्लीट रेवोल्यूशन जो है दैट इज इक्वल टू 360 डिग्री और एक कंप्लीट रेवोल्यूशन रेडियंस ਦੇ ਵਿੱਚ ਕਿਹਦੇ ਬਰਾबर ਹੁੰਦਾ ਹੈ 2 ਪਾਈ ਦੇ ਉੱਪਰ। ठीक है, ਇਹਦਾ मतलब ਕੀ ਬਣਿਆ, ਇਹਦਾ मतलब ਇਹ ਬਣਿਆ ਕਿ ਦੋਨੋਂ ਆਪਸ ਵਿੱਚ ਇਕੁਅਲ ਵੈਲਿਊਜ਼ ਹੈਗੀਆਂ ਨੇ। 2 revolution, a complete revolution around a circle or around a initial line and around a initial point by an initial line, right? तो 2 pi radian is equal to 360 degree। दोनों डिवाइड करांगे तो पाई रेडियन इज इक्वल टू 180 डिग्री। ये गल सारा याद रखनिया ने, ये थोड़े को हुण इंपॉर्टेंट चीज़ां आ रही ने। आप जो थ्योरी पढ़ गए वो तो है ही है समझने के लिए इंपॉर्टेंट, लेकिन हुण क्वेश्चंस नूं करन लई आ वाली थ्योरी जिहड़ी हैगी है, आ वाले जिहड़े फार्मूले ने यू मस्ट रिमेंबर, तुहानूं ये आने चाहिए, जरूर आने चाहिए राइट। तो इत्थे पाई रेडियन इज 180 डिग्री और अगर 1 रेडियन करना हो तो 180 बाय पाई। एक नंबर के क्वेश्चन मल्टीपल चॉइस क्वेश्चन में तुहाडे कोल आ सकते हैं। 1 रेडियन इज इक्वल टू 180 डिग्री बाय पाई और पाई की वैल्यू अगर आप रियल नंबर्स में लीए तो आपको अप्रोक्सीमेटली वैल्यू पता है ना, आपको कितनी होती है 22/7 राइट। वो आप इतने वैल्यू यूज कर लेने 180/22/7, 7 ऊपर आ जाएगा, मल्टीप्लाई हो जाएगा और तुम इन्हें सॉल्व करोगे तो 57 डिग्री 16 मिनट्स अप्रोक्सीमेटली आंसर आएगा। वैसे आ वैल्यू कोई खास याद रखने की लोड़ नहीं है, तुम सिर्फ आ याद रखो 1 रेडियन इज इक्वल टू 180/पाई डिग्री और 1 डिग्री कितने बराबर होएगी पाई बाय 1 है। हम 1 डिग्री करनी हो तो 180 के नीचे ले आओ तो पाई बाय 180 रेडियन और इतने पाई की वैल्यू बनाएंगे तो सॉल्व करके रियल नंबर्स में आंसर आएगा 0.01746 अप्रोक्सीमेटली, दैट इज द रेडियन वैल्यू। ओके, तो इसका मतलब रेडियन जी होती है और रियल वैल्यू ही होती है, आपको तो कुछ एक्स्ट्रा नहीं सोचने की लोड़ हैगी। मतलब पाई जी हैगी और रियल वैल्यू है एक तरह की राइट, बट इररेशनल नंबर हैगा तो फिर भी रियल नंबर ही है ना। कन्वर्जन अगर आप करना हो तो हम कन्वर्जन के क्वेश्चन तुहाडे कोल आउणगे, तुहानू डिग्री मेजर दिता होएगा एंड इज आस्किंग यू टू कन्वर्ट दिस डिग्री मेजर वैल्यू इनटू रेडियन वैल्यू। तो तुसी की करोगे उस डिग्री मेजर नाल पाई बाय 180 नाल मल्टीप्लाई कर दोगे तो रेडियन मेजर आ जाएगा तुहाडे। Similarly, if you have given the radian measure and is asking you to find out the degree measure of that given radian measure, you have to multiply the radian measure by 180 degree by pi. After solving, you will get degree measure, right? इत्थे मैं तुहानू एक टेबल दे रहा, that is again very important। ये तुहानू डिग्री मेजर के ऊपर देखो इत्थों तक तो आप 10th क्लास विच भी कर ही लिया सीगा, है कि नहीं? 10th क्लास बच्चे करते ही ने 30 40 60 90 है ना। ਹੁਣ ਅੱਗੇ ਆ ਗਿਆ 180 270 ਐਂਡ 360 डिग्री। ਇਹਨਾਂ ਦੇ ਰੇਡੀਅਨਸ ਵਿੱਚ ਕੀ ਹੋਏਗਾ, ਰੇਡੀਅਨਸ ਮੀਨਸ ਪਾਈ ਦੇ ਵਿੱਚ ਹੈ ਨਾ। ਤਾਂ ਕੀ ਬਣਦਾ ਫਿਰ, ਕਿਵੇਂ ਕਰਦੇ ਆ ਆਪਾਂ ਡਿਗਰੀਜ਼ ਨੂੰ ਰੇਡੀਅਨ ਵਿੱਚ ਮੈਜ਼ਰ ਕਰਨਾ ਹੋਵੇ ਤਾਂ ਆਪਾਂ ਕੀ ਕਰਦੇ ਆ ਪਾਈ ਬਾय 180 ਇਨਟੂ डिग्री। डिग्री कितनी है 30
ਤਾਂ ਇੱਥੇ ਇਸ ਫਾਰਮੂਲੇ ਵਿੱਚ ਭਰ ਕੇ ਦੇਖੋ ਪਾਈ ਬਾਈ 180 ਇੰਟੂ ਡਿਗਰੀ ਮੈਜ਼ਰ ਕਿੰਨਾ ਹੈ 30 ਤਾਂ ਕਿੰਨਾ ਆ ਜਾਏਗਾ 6 ਨਾਲ नीचे डिवाइड हो जाएगा मल्टी है ना कैंसिल हो जाएगा तो पाई बाय 6 आ जाएगा आ देखो पाई बाय 6 आ गया सिमिलरली ऐसे ਤੁਸੀਂ 45 डिग्री भरोगे तो कट के पाई बाय 4 आएगा ਇੱਥੇ 60 ਦੀ ਵੈਲਿਊ ਭਰੋਗੇ 60 डिग्री तो पाई बाय 3 पाई बाय 2 180 पाई 270 डिग्री ਇੱਥੇ 276 डिग्री भरो कैंसिल होके आ जाएगा 3 पाई बाय 2 360 भरांगे तो कितना आएगा 180 ऊपर कैंसिल हो जाएगा 2 है ना 2 पाई आ जाएगा तो समझ आया ये टेबल भी ਤੁਹਾਨੂੰ दोनों पासे याद होना चाहिए है 30 डिग्री करना है या 45 डिग्री का वो रेडियंस विच कितना होएगा राइट मैं की करदा हुन्ना अगर आपां 30 डिग्री करना है तो सीधी जी गल है पाई नू मैं 6 नाल डिवाइड कर देना पाई नू डिवाइड करना तुसी उल्टा चल पो ना अगर पाई नू 6 नाल पाई मींस 180 तो 180 नू 6 नाल डिवाइड करांगे कितना आ जाएगा 30 आ जाएगा अगर 2 नाल डिवाइड करांगे तो 90 आ जाएगा पाई नू अगर आपां 4 नाल डिवाइड कर दे तो 45 डिग्री आ जाएगा बोलो समझ आ रहे कि नहीं राइट ਤਾਂ ਆ ਹੈ ਆਪਣਾ ਹੁਣ ਇਨੀਸ਼ੀਅਲ ਜਿਹੜੇ ਫਾਰਮੂਲੇ ਨੇ ਜਿਹੜੇ ਆਪਾਂ ਹੁਣ ਵੀ ਆਰ ਯੂਜ਼ਿੰਗ ਥੀਸ ਫਾਰਮੂਲੇ ਜਸਟ ਇਨ ਆਵਰ ਨੈਕਸਟ ਸੋਲਵਡ ਐਗਜ਼ਾਮਪਲਸ ਐਂਡ ਆਵਰ ਐਕਸਰਸਾਈਜ਼ ਠੀਕ ਹੈ ਜਿਸ ਬੱਚੇ ਨੂੰ ਇਹ ਫਾਰਮੂਲੇ ਯਾਦ ਹੋਣਗੇ ਉਹਨਾਂ ਨੂੰ ਕੁਐਸਚਨ ਤਾਂ ਫਿਰ ਐਂ ਹੀ ਹੋ ਜਾਣੇ ਐਗਜ਼ਾਮਪਲ 1 ਇਜ਼ ਕਨਵਰਟ 40 ਡਿਗਰੀ 20 ਮਿੰਟਸ ਇਨਟੂ ਰੇਡੀਅਨਸ ਤਾਂ ਹੁਣ ਇਹਦਾ ਮਤਲਬ ਕੀ ਹੈ ਕਿ ਆਪਾਂ ਨੂੰ ਸਾਰੀ ਡਿਗਰੀ ਨਹੀਂ ਦਿੱਤੀ ਹੋਈ ਮਿੰਟਸ ਦਿੱਤੇ ਹੋਏ ਨੇ ਨਾਲ ਤਾਂ ਸਾਰੀ ਵੈਲਿਊ ਨੂੰ ਕਿਉਂ ਨਾ ਆਪਾਂ ਪਹਿਲੇ ਡਿਗਰੀ ਵਿੱਚ ਕਨਵਰਟ ਕਰ ਲਈਏ फिर सारी डिग्री ਨੂੰ ਫਿਰ ਰੇਡੀਅਨਸ ਵਿੱਚ ਕਨਵਰਟ ਕਰਾਂਗੇ ਤਾਂ ਆਪਾਂ ਨੂੰ ਇਹਦੇ ਕੀ ਪਤਾ ਹੈ ਕਿ 1 ਡਿਗਰੀ ਜੋ ਹੈ ਉਹ 60 ਮਿੰਟਸ ਦੇ ਬਰਾਬਰ ਹੈ ਤਾਂ 1 ਮਿੰਟ ਕਿਤੇ ਬਰਾਬਰ ਹੋ ਜਾਏਗਾ 1/60 ਡਿਗਰੀਜ਼ ਦੇ ਤਾਂ ਇੱਥੇ ਫਿਰ ਆਪਾਂ ਕੀ ਕਰਾਂਗੇ ਆ 20 ਮਿੰਟਸ ਹੈ ਨਾ तो 20 ਮਿੰਟਸ ਨੂੰ ਵੀ ਫਿਰ ਡਿਗਰੀ ਵਿੱਚ ਚੇਂਜ ਕਰ ਲਓ ਹੁਣ ਆ ਟੋਟਲ ਡਿਗਰੀ ਹੋ ਗਈ ਤਾਂ ਕਿੰਨਾ ਹੋ ਗਿਆ 40 1/3 ਡਿਗਰੀਜ਼ ਤਾਂ ਟੋਟਲ ਕਿੰਨਾ ਬਣਿਆ 120 121/3 डिग्री राइट ਹੁਣ ਆਪਾਂ ਰੇਡੀਅਨਸ ਵਿੱਚ ਚੇਂਜ ਕਰਨਾ ਹੈ ਰੇਡੀਅਨ ਕੱਢਣਾ ਹੈ ਡਿਗਰੀ ਦਿੱਤੀ ਹੋਈ ਹੈ ਤਾਂ ਰੇਡੀਅਨ ਮੈਜ਼ਰ ਦੇ ਵਿੱਚ ਅਗਰ ਆਪਾਂ ਕੱਢਣਾ ਹੋਵੇ ਤਾਂ ਪਾਈ ਬਾਈ 180 ਨਾਲ ਇਹਨੂੰ ਮਲਟੀਪਲਾਈ ਕਰ ਦਿਓ 120/3 ਡਿਗਰੀਜ਼ ਨੂੰ 121 ਪਾਈ ਓਵਰ 540 ਰੇਡੀਅਨਸ ਦਿਸ ਇਜ਼ ਆਵਰ ਆਨਸਰ ਜੋ ਉਹਨੇ ਮੰਗਿਆ ਸੀ ਆਪਣੇ ਕੋਲ ਤਾਂ 40 डिग्री 20 मिनट्स will give you 121 pi by 540 रेडियंस समझ आ गया एग्जांपल 2 ਨੂੰ 6 रेडियंस ਦਿੱਤੇ ਹੋਏ ਆ ਡਿਗਰੀ ਵਿੱਚ ਮੈਜ਼ਰ ਕਰਨਾ ਹੈ रेडियंस ਦਿੱਤੇ ਹੋਏ ਆ ਡਿਗਰੀ ਵਿੱਚ ਕੱਢਣਾ ਹੈ ਤਾਂ 180 by pi ਨਾਲ ਮਲਟੀਪਲਾਈ ਕਰ ਦੋ ਬਸ ਤਾਂ ਡਿਗਰੀ ਮੈਜ਼ਰ ਅਗਰ ਆਪਾਂ ਕਰਨੀ ਹੈ ਡਿਗਰੀ ਮੈਜ਼ਰ ਦੇ ਵਿੱਚ ਕੀ ਨਹੀਂ ਆਣਾ ਚਾਹੀਦਾ ਡਿਗਰੀ ਮੈਜ਼ਰ ਵਿੱਚ ਪਾਈ ਨਹੀਂ ਆਣਾ ਚਾਹੀਦਾ ਬਸ ਸਿੱਧੀ ਜੀ ਗੱਲ ਹੈ ਤਾਂ ਪਾਈ ਦੀ ਵੈਲਿਊ ਭਰ ਦਾਂਗੇ 22/7 रेडियन मेजर ਵਿੱਚ ਕੀ ਨਹੀਂ ਆਣਾ ਚਾਹੀਦਾ ਡਿਗਰੀ ਨਹੀਂ ਆਣੀ ਚਾਹੀਦੀ ਤਾਂ ਇਹਦਾ ਮਤਲਬ ਪਾਈ ਆਣਾ ਚਾਹੀਦਾ ਰੇਡੀਅਨ ਮੈਜ਼ਰ ਦੇ ਵਿੱਚ ਹੈਨਾ ਜੋ ਆਨਸਰ ਕੱਢਣਾ ਹੈ ਆਪਾਂ ਰੇਡੀਅਨ ਮੈਜ਼ਰ ਵੈਲਿਊ ਇੱਥੇ ਡਿਗਰੀ ਮੈਜ਼ਰ ਕੱਢਣੀ ਹੈ ਔਰ ਰੇਡੀਅਨ ਦਿੱਤਾ ਹੋਇਆ ਤਾਂ ਕੀ ਕਰਾਂਗੇ 180 ਓਵਰ ਪਾਈ ਇਨਟੂ 6 ਹੁਣ ਇੱਥੇ ਵੈਲਿਊ ਵੀ ਭਰ ਦੋ 22/7 7 ਉੱਪਰ ਚਲਾ ਜਾਏਗਾ ਇੱਥੇ ਆ ਗਿਆ ਆਪਣੇ ਕੋਲ 6 ਮੈਜ਼ਰ ਤਾਂ ਹੈਗਾ ਹੀ ਹੈਗਾ ਸੀਗਾ 6 ਨੂੰ ਇਹਦੇ ਨਾਲ ਮਲਟੀਪਲਾਈ ਕਰਦੇ ਆ ठीक है इंटू 7/22 राइट आ अपने को वैल्यू आ गई जो ਆਪਾਂ ਹੁਣ ਇਹਨੂੰ ਜੇ ਆਪਾਂ ਡਿਵਾਈਡ ਕਰੀਏ ਆਪਸ ਵਿੱਚ ਮਤਲਬ 1080 ਨੂੰ 7 ਨਾਲ ਮਲਟੀਪਲਾਈ ਕਰਕੇ 22 ਨਾਲ ਡਿਵਾਈਡ ਕਰੀਏ ਤਾਂ ਆਪਣੇ ਕੋਲ ਆਏਗਾ 343 into 7/11 डिग्रीज डिग्री ਨੂੰ ਆਪਾਂ ਫਿਰ ਮਿੰਟ ਵਿੱਚ ਚੇਂਜ ਕਰਤਾ ਹੁਣ ਇਹਨੂੰ ਜਦੋਂ ਆਪਾਂ ਮਲਟੀਪਲਾਈ ਕਰਾਂਗੇ 11 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਆਏਗਾ 7 into 60 420 420 ਨੂੰ 11 ਨਾਲ ਡਿਵਾਈਡ ਕਰੋ ਤਾਂ 38 ਮਿੰਟਸ 2/11 ਮਿੰਟਸ ਹੋਰ ਆ ਗਏ 2/38 ਮਿੰਟ ਦਾ ਲੱਗ ਕਰ ਲੈ ਜੋ ਹੋਲ ਪਾਰਟ ਹੈ 2/11 ਜਿਹੜਾ ਮਿੰਟ ਸੀਗਾ ਉਹਨੂੰ ਫਿਰ 60 ਨਾਲ ਮਲਟੀਪਲਾਈ ਕਰਤਾ ਬਿਕੋਜ਼ 1 ਮਿੰਟ ਇਜ਼ 60 seconds ਸਮਝ ਆ ਰਿਹਾ ਹੁਣ ਇਹਨੂੰ ਫਿਰ ਡਿਵਾਈਡ ਕੀਤਾ ਤਾਂ ਆਪਣੇ ਕੋਲ ਅਪਰੋਕਸੀਮੇਟਲੀ 11 ਸੈਕਿੰਡਸ ਆ ਗਏ 343 degree 38 minutes and 11 seconds this is 6 radians equal to this value in degrees minutes and seconds right ਤਾਂ ਆ ਸੀ ਆਪਾਂ ਕਿਵੇਂ ਕਨਵਰਜਨ ਕਰ ਸਕਦੇ ਹਾਂ with the help of these two formulae third question ਆਪਾਂ ਨੂੰ ਕਹਿ ਰਿਹਾ ਹੈ third example ਕਿ ਤੁਹਾਨੂੰ ਇੱਕ ਸਰਕਲ ਹੈ ਜਿਹਦੇ ਤੁਸੀਂ ਰੇਡੀਅਸ ਪਤਾ ਕਰਨੀ ਹੈ ਸੈਂਟਰ ਦਾ ਜਿਹੜਾ ਸੈਂਟਰ ਜਿਹੜੀ length है of the arc
37.4 है और ये आर्क जी है सेंटर के ऊपर 60 डिग्री का एंगल बना रही है, सबटेंड कर रही है, राइट। तो आपां नूं रेडियस कढनी है। वी नो दैट हमने तुहानूं दस्सिया सी ना एक जनरल रिलेशन थीटा इज इक्वल टू एल बाय आर। तो हुण आपां आर कढना है ना, तो आर इधर ले आओ और थीटा नूं डिनोमीनेटर में ले आओ, वैल्यू भर दो बस। तो आर कढना है, एल की वैल्यू कितनी है 37/4 और थीटा कितना है 60 डिग्री। हुण इहनूं तुसीं डिवाइड कर लो, डिवाइड करके जिहड़ा हैगा है तुहाडे कोल एंगल आ जाएगा 60 है ना। तो 60 नूं तुसीं अगर रेडियंस विच कढो तां, क्योंकि आपां ये रेडियंस विच लैके आना है, 60 डिग्री इज इक्वल टू π/3। So first of all, to solve the radius value, to find the radius value, you have to convert this degree value into radians, because a formula ਆਪਾਂ ਕਿੱਥੋਂ ਲਿਆ ਸੀਗਾ, radians ਵਾਲੇ ਟੌਪਿਕ ਦੇ ਵਿੱਚੋਂ ਲਿਆ ਸੀਗਾ, ਠੀਕ ਹੈ। ਤਾਂ ਤੁਸੀਂ ਪਹਿਲੇ ਸਭ ਤੋਂ ਪਹਿਲਾਂ 37.4 ਔਰ 60 डिग्री ਕਿਹਦੇ ਬਰਾਬਰ ਆਏਗੀ, ਆ ਡਿਗਰੀ ਹੈ 60 ਨਾਲ ਆਪਾਂ ਮਲਟੀਪਲਾਈ ਕਰਾਂਗੇ ਇਹਨੂੰ ਤਾਂ π/3 ਆ ਜਾਏਗਾ। π/3 3 ਉੱਪਰ ਚਲਾ ਗਿਆ। ਪਾਈ ਦੀ ਵੈਲਿਊ ਕਿੰਨੀ ਹੈ, ਹੀ ਇਜ਼ ਆਸਕਿੰਗ ਯੂ ਟੂ ਯੂਜ਼ π/7 3 ਗੁਣਾ 7। ਹੁਣ ਇਹਨੂੰ ਯੂਜ਼ ਕਰਕੇ ਮਲਟੀਪਲਾਈ ਕਰਕੇ ਡਿਵਾਈਡ ਕਰਕੇ 35.7 सेंटीमीटर ਇਹਦੀ रेडियस आ गई सर्कल। बोलो समझ आ गया होना। दिस इज योर एग्जांपल नंबर 3। फोर्थ एग्जांपल में ਆਪਾਂ ਨੂੰ ਕਹਿ ਰਿਹਾ ਹੈ, देखो ਤੁਸੀਂ अपनी बुक्स खोल लो और क्योंकि स्टेटमेंट लंबी है इस करके मैं ਇੱਥੇ बुक ਵਿੱਚ ही पढ़ रहे हैं। The minute hand of a watch is 1.5 सेंटीमीटर। आ वॉच है और क्योंकि मिनट हैंड सेंटर ਤੋਂ ਹੀ ਬੰਨੇ ਹੁੰਦੇ ਨਾ, ਤਾਂ ਇਹਦਾ ਮਤਲਬ ਆਪਾਂ ਨੂੰ ਰੇਡੀਅਸ ਦੇ ਦਿੱਤੀ। How far does its tip move in 40 minutes? ਕਹਿੰਦਾ 40 ਮਿੰਟਸ ਦੇ ਵਿੱਚ ਇਹਦੀ ਜੋ ਟਿਪ ਹੈ ਉਹ ਕਿੰਨਾ ਮੂਵ ਕਰੇਗੀ। ਕਿੰਨਾ ਮੂਵ ਦਾ ਮਤਲਬ ਹੈ ਇੱਥੇ ਆਪਾਂ ਨੂੰ L ਪੁੱਛ ਲਿਆ ਉਹਨੇ। ਹੀ ਇਜ਼ ਆਸਕਿੰਗ ਯੂ ਟੂ ਫਾਈਂਡ ਆਊਟ ਦ ਲੈਂਥ ਆਫ ਦ ਆਰਕ ਕਿ 40 ਮਿੰਟਸ ਦੇ ਵਿੱਚ। ਇਹਦੇ ਵਿੱਚ ਆਪਾਂ ਨੂੰ ਐਂਗਲ ਨਹੀਂ ਦਿੱਤਾ ਹੋਇਆ ਉਹਨੇ ਔਰ ਥੀਟਾ ਕੀ ਹੈ ਉਹ ਰੇਡੀਅਨਸ ਵਿੱਚ ਹੈ। ਹੁਣ ਤੁਹਾਨੂੰ ਕੀ ਪਤਾ ਹੈ ਕਿ ਦੇਖੋ एंगल सबटेंडेड बाय आर्क इन 60 मिनट्स कंप्लीट रेवोल्यूशन हो जाता हो। और रेडियंस विच कंप्लीट रेवोल्यूशन किहदे बराबर होता है 2π रेडियंस के बराबर, राइट। एंगल सबटेंडेड बाय आर्क इन 1 मिनट्स कितना होएगा 2π/60 रेडियंस। एंगल सबटेंडेड बाय आर्क इन 40 मिनट्स 2π/60 into 40 मिनट्स। समझ आ गया होना। इनू कट दो तो कितना आया 4π/3 रेडियंस आ गया। तो अपने को थीटा की वैल्यू कितनी आ गई 4π/3। रेडियस कितना है 1.5 सेंटीमीटर और L कटना है। तो L कितने बराबर होता है थीटा इज इक्वल टू L/R। तो L किहदे बराबर हो गया थीटा R। बस वैल्यू भर दो ਇਹਦੇ ਵਿੱਚ 4π/3 into 1.5 सेंटीमीटर डेसिमल्स ਦੇ ਵਿੱਚ। तो 3.14 भरोगे और टोटल वैल्यू सॉल्व करके बाद 6.28 सेंटीमीटर आंसर आ जाएगा। तो एग्जांपल 5th ਵਿੱਚ if the arcs of the same lengths in two circles, दो सर्कल्स ने और ਉਹਨਾਂ ਦੀ आर्क्स सेम ने, राइट। दोनों आप लगभग बराबर सर्कल बनाने हैं, राइट। और पहले दी रेडियस R1 है, दूसरे दी रेडियस R2 है और आर्क लेंथ सेम है, दोनों LL है। पहली आर्क कितना इन्हें बना दिया 65 डिग्री और दूसरा 110 डिग्री। तो सब तो पहला तो तुसी डिग्री नू रेडियन में चेंज कर लो, राइट। तो θ1 मान के चलते हैं जो कि 65 डिग्री है। रेडियंस विच कितना होएगा π/180 into 65। π/180 into 65 विल बी इक्वल टू, कैंसिल कर लो है ना, 5 नाल डिवाइड करेंगे 13 आ जाएगा, इतने आ जाएगा अपने को 36। तो 13π/36 रेडियंस। θ2 काट लो, θ2 इज 110 डिग्री, 110 डिग्री इन रेडियंस। जीरो कटने के बाद अपने को आ जाएगा 11π/18।
ठीक है, और ऊपर नीचे दो ना मल्टीप्लाई करो, 22 बाय 36, 22 पाई बाय 36 रेडियंस। क्यों किया? क्योंकि ਇਹਨਾਂ ਦੋਨਾਂ ਦਾ ਡਿਨੋਮੀਨੇਟਰ ਸੇਮ ਲਿਆ ਹੈ, ਰਾਈਟ। ਹੁਣ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਹੈ? ਫਾਰਮੂਲਾ ਹੁੰਦਾ ਹੈ ਥੀਟਾ ਇਜ਼ ਇਕੁਅਲ ਟੂ L ਬਾय R, ਰਾਈਟ। ਜਾਂ ਇਹਨੂੰ ਐਵੇਂ ਕਹਿ ਸਕਦੇ ਹਾਂ R ਇਜ਼ ਇਕੁਅਲ ਟੂ L ਬਾय ਥੀਟਾ। ਹੁਣ ਪਹਿਲੇ R1 ਕੱਢੋ, R1 ਕੀ ਹੈ? L ਬਾय ਥੀਟਾ 1। L ਤਾਂ ਉਹੀ ਰੱਖੋ, ਬਰਾबर ਹੈ थीटा 1 ਦੀ ਵੈਲਿਊ ਕਿੰਨੀ ਆਈ ਹੈ? 13 पाई बाय 36, ਉਹ ਭਰ ਕੇ ਰੱਖ ਲਿਆ। फिर R2 ਕੱਢ ਲਓ, R2 है L बाय थीटा 2, ਤਾਂ L फिर ਉਵੇਂ ਦਾ ਉਵੇਂ, थीटा 2 ਦੀ ਵੈਲਿਊ ਹੈ 22 पाई बाय 36। he is asking you to find the ratio of their radii। रेशियो ਕੱਢ ਲਓ, R1 ओवर R2, ठीक है। आ ऊपर L 13 पाई बाय 36, ठीक है। और आ नीचे, नीचे मतलब रिवर्स हो जाएगा, तब बाई पाई बाय 36 ओवर L, L will cancel out, 36 with this, pi with this, you will get बाई over 13, 22 by 13। so ratio की आई R1 is to R2 is equal to 22 is to 13। This is your answer of the 5th example. See you to our 3.1 exercise.